एक्चुअली देखो ओबवियसली ਆਪਾਂ ਸਟੂਡੈਂਟ ਆ ਤਾਂ ਡਰਾਂਗੇ ਤਾਂ ਬਿਲਕੁਲ ਹੀ। ਚਲੋ ਸਟਾਰਟਿੰਗ 'ਚ ਸਾਨੂੰ ਐਂ ਲੱਗ ਰਿਹਾ ਸੀ ਵੀ ਸ਼ਾਇਦ ਫੇਕ ਨਿਊਜ਼ ਹੈ ਇਹ, ਤਾਂ ਅਸੀਂ ਜ਼ਿਆਦਾ ਧਿਆਨ ਨਹੀਂ ਦੇ ਰਹੇ ਸੀ। ਪਰ ਸਾਡੇ ਪੇਰੈਂਟਸ ਬਾਰ-ਬਾਰ ਸਾਨੂੰ ਫੋਰਸ ਕਰ ਰਹੇ ਸੀ ਕਿ ਨਹੀਂ ਤੁਸੀਂ ਆ ਜਾਓ, ਪਰ ਅਸੀਂ ਕਹਿ ਰਹੇ ਸੀ ਸਾਡੀ ਯੂਨੀਵਰਸਿਟੀ ਸਾਨੂੰ ਅਲਾਓ ਨਹੀਂ ਕਰ ਰਹੀ ਹੈ। ਤੇ 24 ਨੂੰ ਸਾਡੇ ਫਰੈਂਡ ਦਾ ਫੋਨ ਆਇਆ ਕਿ ਸਾਡੀ ਸਾਈਡ ਅਟੈਕ ਹੋਇਆ ਹੈ, ਵੀ ਸਾਨੂੰ ਜਾਣਾ ਪਏਗਾ, ਤੁਸੀਂ ਆਪਣਾ ਸਮਾਨ ਪੈਕ ਕਰ ਲਓ। ਸੋ ਦੇਖੋ ਪਹਿਲਾਂ ਤਾਂ ਸਾਡੇ ਪੇਰੈਂਟਸ ਬਹੁਤ ਪੈਨਿਕ ਹੋ ਗਏ। ਉਹਨਾਂ ਨੇ ਸਾਨੂੰ ਫ਼ੋਨ ਕਰਕੇ ਬੋਲਿਆ, ਅਸੀਂ ਉਹਨਾਂ ਨੂੰ ਡਾਇਰੈਕਟ ਹੀ ਦੱਸ ਸਕਦੇ ਸੀਗੇ ਕਿ ਸਾਡੇ ਨਾਲ 2 ਕਿਲੋਮੀਟਰ ਦੂਰ 'ਤੇ ਅਟੈਕ ਹੋਇਆ ਜਾਂ 1 ਕਿਲੋਮੀਟਰ ਦੂਰ ਅਟੈਕ ਹੋਇਆ। ਓਬਵੀਅਸਲੀ ਸਾਨੂੰ ਸੁਣ ਰਹੇ ਸੀ ਜਦੋਂ ਅਟੈਕ ਹੋ ਰਹੇ ਸੀ। ਬੋਲਿਆ ਕਿ ਕਰਫਿਊ ਲੱਗੇਗਾ, ਸਾਇਰਨ ਵੱਜੇਗਾ, ਜਦੋਂ ਸਾਇਰਨ ਵੱਜੇਗਾ ਤੁਹਾਨੂੰ ਉੱਥੋਂ ਭੱਜਣਾ ਪਏਗਾ। ਅਸੀਂ ਮਤਲਬ ਹਰ ਵੇਲੇ ਪੈਨਿਕ ਸੀਗੇ ਕਿ ਜਦੋਂ ਸਾਇਰਨ ਵੱਜੇਗਾ ਸਾਨੂੰ ਭੱਜਣਾ ਪਏਗਾ। ਫਿਰ ਅਸੀਂ ਸੀਨੀਅਰਸ ਨਾਲ ਗੱਲ ਕੀਤੀ। ਸੀਨੀਅਰਸ ਨੇ ਸਾਨੂੰ ਬੱਸਿਸ ਅਰੇਂਜ ਕੀਤੀਆਂ ਤਾਂ ਉਹਨਾਂ ਨੇ ਬੋਲਿਆ ਕਿ ਅਸੀਂ ਆਪਣੇ ਰਿਸਕ 'ਤੇ ਜਾ ਰਹੇ ਹਾਂ, ਅਗਰ ਰਾਸਤੇ 'ਚ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਸਾਨੂੰ ਖੁਦ ਫੇਸ ਕਰਨੀ ਪਏਗੀ। ਤਾਂ ਅਸੀਂ ਰੈਡੀ ਸੀ, ਅਸੀਂ ਕਿਹਾ ਅਸੀਂ ਇੱਥੋਂ ਤਾਂ ਐਟਲੀਸਟ ਨਿਕਲੀਏ ਕਿਸੇ। ਨੂੰ ਅਟੈਕ ਹੋਇਆ ਹੈ, ਇੱਕ ਦਿਨ ਪਹਿਲਾਂ ਉਹ ਸਾਨੂੰ ਅਵੇਅਰ ਕਰ ਰਹੇ ਆ ਕਿ ਤੁਸੀਂ ਨਿਕਲ ਜਾਓ ਯੂਕਰੇਨ 'ਚੋਂ। ਆਪਾਂ ਕਿਵੇਂ ਆਵਾਂਗੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਮੇਰਾ ਪੰਜਾਬ ਨਿਊਜ਼। ਰੂਸ ਤੇ ਯੂਕਰੇਨ ਦੀ ਲੜਾਈ ਲਗਾਤਾਰ ਵੱਡਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜੇ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਜੋ ਕਿ ਪੜ੍ਹਾਈ ਕਰਨ ਲਈ ਜਾਂ ਕੋਈ ਕੰਮਕਾਰ ਕਰਨ ਲਈ ਉੱਥੇ ਗਏ ਨੇ, ਵੱਡੀ ਗਿਣਤੀ 'ਚ ਫਸੇ ਹੋਏ ਨੇ। 18,000 ਦੀ ਗਿਣਤੀ ਦੱਸ ਰਹੇ, 20,000 ਦੀ ਗਿਣਤੀ, ਇਸ ਤੋਂ ਵੀ ਜ਼ਿਆਦਾ ਹੋ ਸਕਦੇ ਨੇ। ਸੋ ਕੋਸ਼ਿਸ਼ਾਂ ਜਾਰੀ ਹੈ, ਸਰਕਾਰ ਵੱਲੋਂ ਵੀ ਕੋਸ਼ਿਸ਼ਾਂ ਜਾਰੀ ਹੈ, ਆਪਣੇ ਆਪਣੇ ਪੱਧਰ ਦੇ ਪੇਰੈਂਟਸ ਵੀ ਕੋਸ਼ਿਸ਼ਾਂ ਕਰ ਰਹੇ ਨੇ। ਸੋ ਹਾਲ ਵਿੱਚ ਨੂਰਪੁਰ ਦੀ ਇਲਾਕੇ ਦੇ ਪਿੰਡ ਜੱਟਪੁਰ ਦੀ ਸਿਮਰਜੀਤ ਕੌਰ ਜੋ ਕਿ ਉੱਥੇ MBBS ਦੀ ਪੜ੍ਹਾਈ ਕਰ ਰਹੇ ਸੀ। ਸੋ ਲਾਸਟ 5ਵਾਂ ਸਾਲ ਸੀ, ਇਸ ਤੋਂ ਬਾਅਦ ਸਾਲ ਹੋਰ ਹੋਗਾ, 5ਵੇਂ ਸਾਲ ਵਿੱਚ ਉਸਦੀ ਪੜ੍ਹਾਈ ਚੱਲ ਰਹੀ ਸੀ। ਸੋ ਹਰਜੀਤ ਸਿੰਘ ਦੇ ਪਿਤਾ ਸਾਡੇ ਨਾਲ ਬੈਠੇ ਨੇ, ਕੱਲ੍ਹ ਹੀ ਆਪਣੇ ਘਰ ਵਾਪਸ ਆਈ ਹੈ। ਅਸੀਂ ਗੱਲਬਾਤ ਕਰਾਂਗੇ ਸਿਮਰਜੀਤ ਕੌਰ ਦੇ ਨਾਲ ਕਿ ਆਖਰ 'ਚ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ, ਕੀ ਕਿਹੜੇ ਮੁਸ਼ਕਲ ਦੌਰ 'ਚੋਂ ਲੰਘ ਕੇ ਉਹਨੂੰ ਆਉਣਾ ਪਿਆ। ਸਿਮਰਜੀਤ ਕਦੋਂ ਤੁਸੀਂ ਵਾਪਸ ਆਏ? ਮੈਂ ਕੱਲ੍ਹ ਵਾਪਸ ਆਈ ਹਾਂ। 1 ਮਾਰਚ ਨੂੰ ਮੇਰੀ ਫਲਾਈਟ ਹੋਈ ਹੈ ਰੋਮੇਨੀਆ ਤੋਂ ਮੁੰਬਈ। ਫਿਰ ਉੱਥੋਂ ਸਾਨੂੰ ਉਹਨਾਂ ਨੇ ਡੋਮੈਸਟਿਕ ਫਲਾਈਟ ਕੀਤੀ ਹੈ ਮੁੰਬਈ ਟੂ ਚੰਡੀਗੜ੍ਹ। ਫਿਰ ਉਸ ਤੋਂ ਬਾਅਦ ਮੈਂ ਆਈ ਹਾਂ ਇੱਥੇ। ਜਦੋਂ ਤੁਸੀਂ ਉਸ ਟਾਈਮ ਉੱਥੇ ਸੀ, ਇੱਕਦਮ ਤੁਹਾਨੂੰ ਪਤਾ ਲੱਗਿਆ ਕਿ ਦੋਨੋਂ ਮੁਲਕਾਂ ਵਿੱਚ ਲੜਾਈ ਲੱਗ ਚੁੱਕੀ ਹੈ, ਕਿਸ ਤਰ੍ਹਾਂ ਦੇ ਹਾਲਾਤ ਫੇਸ ਕਰਨੇ ਪਏ? ਐਕਚੁਅਲੀ ਦੇਖੋ ਓਬਵੀਅਸਲੀ ਆਪਾਂ ਸਟੂਡੈਂਟ ਆ ਤਾਂ ਡਰਾਂਗੇ ਤਾਂ ਬਿਲਕੁਲ ਹੀ। ਚਲੋ ਸਟਾਰਟਿੰਗ 'ਚ ਸਾਨੂੰ ਐਂ ਲੱਗ ਰਿਹਾ ਸੀ ਵੀ ਸ਼ਾਇਦ ਫੇਕ ਨਿਊਜ਼ ਹੈ ਇਹ, ਤਾਂ ਅਸੀਂ ਜ਼ਿਆਦਾ ਧਿਆਨ ਨਹੀਂ ਦੇ ਰਹੇ ਸੀ। ਪਰ ਸਾਡੇ ਪੇਰੈਂਟਸ ਬਾਰ-ਬਾਰ ਸਾਨੂੰ ਫੋਰਸ ਕਰ ਰਹੇ ਸੀ ਕਿ ਨਹੀਂ ਤੁਸੀਂ ਆ ਜਾਓ, ਪਰ ਅਸੀਂ ਕਹਿ ਰਹੇ ਸੀ ਸਾਡੀ ਯੂਨੀਵਰਸਿਟੀ ਸਾਨੂੰ ਅਲਾਓ ਨਹੀਂ ਕਰ ਰਹੀ ਹੈ, ਤਾਂ ਅਸੀਂ ਕਿੱਦਾਂ ਆਵਾਂਗੇ। ਫਿਰ ਅਸੀਂ ਉੱਥੇ ਵੇਟ ਕੀਤਾ ਅਤੇ 24 ਨੂੰ ਸਾਡੇ ਫਰੈਂਡ ਦਾ ਫੋਨ ਆਇਆ ਕਿ ਸਾਡੀ ਸਾਈਡ ਅਟੈਕ ਹੋਇਆ ਹੈ, ਵੀ ਸਾਨੂੰ ਜਾਣਾ ਪਏਗਾ, ਤੁਸੀਂ ਆਪਣਾ ਸਮਾਨ ਪੈਕ ਕਰ ਲਓ। ਅਤੇ ਅਸੀਂ ਸਮਾਨ ਪੈਕ ਕਰਨਾ ਸ਼ੁਰੂ ਕੀਤਾ। ਫਿਰ ਅਸੀਂ ਵੇਟ ਕਰ ਰਹੇ ਸੀ ਕਿ ਕਦੋਂ ਨਿਊਜ਼ ਆਏ। ਉਹਨੇ ਬੋਲਿਆ ਇੰਡੀਅਨ ਐਮਬੈਸੀ ਤੁਹਾਨੂੰ ਕਦੇ ਵੀ ਮੈਸੇਜ ਕਰੇਗੀ ਜਾਂ ਤੁਹਾਨੂੰ ਬੋਲੇਗੀ ਤਾਂ ਤੁਹਾਨੂੰ ਜਾਣਾ ਪਏਗਾ, ਤੁਹਾਨੂੰ ਲੈ ਕੇ ਜਾਵਾਂਗੇ ਆਪਾਂ। ਤਾਂ ਅਸੀਂ ਵੇਟ ਕਰ ਰਹੇ ਸੀ ਅਤੇ ਕਦੋਂ ਤੁਹਾਨੂੰ ਕੋਈ ਨਿਊਜ਼ ਮਿਲੇ। ਅਤੇ ਮਤਲਬ ਤੁਸੀਂ ਜਦੋਂ ਉੱਥੋਂ ਪਤਾ ਲੱਗਿਆ ਤੁਹਾਡੇ ਫਰੈਂਡਸ ਨੇ ਕਰਕੇ ਅਟੈਕ ਹੋ ਗਿਆ, ਉਸ ਤੋਂ ਬਾਅਦ ਤੁਸੀਂ ਉਸ ਤੋਂ ਕਿਹੜੇ ਹਾਲਾਤਾਂ 'ਚ ਨਿਕਲੇ, ਕਿੱਥੇ ਕਿਹੜੀ ਮੁਸ਼ਕਿਲ ਤੁਹਾਨੂੰ ਸਾਹਮਣਾ ਕਰਨਾ ਪਿਆ ਉੱਥੇ ਜਾ ਕੇ? ਸੋ ਦੇਖੋ ਪਹਿਲਾਂ ਤਾਂ ਸਾਡੇ ਪੇਰੈਂਟਸ ਬਹੁਤ ਪੈਨਿਕ ਹੋ ਗਏ। ਉਹਨਾਂ ਨੇ ਸਾਨੂੰ ਫ਼ੋਨ ਕਰਕੇ ਬੋਲਿਆ, ਅਸੀਂ ਵੀ ਉਹਨਾਂ ਨੂੰ ਡਾਇਰੈਕਟ ਹੀ ਦੱਸ ਸਕਦੇ ਸੀਗੇ ਕਿ ਸਾਡੇ ਨਾਲ 2 ਕਿਲੋਮੀਟਰ ਦੂਰ 'ਤੇ ਅਟੈਕ ਹੋਇਆ ਜਾਂ 1 ਕਿਲੋਮੀਟਰ ਦੂਰ ਅਟੈਕ ਹੋਇਆ। ਓਬਵੀਅਸਲੀ ਸਾਨੂੰ ਸੁਣ ਰਹੇ ਸੀ ਜਦੋਂ ਅਟੈਕ ਹੋ ਰਹੇ ਸੀ, ਪਰ ਉਹ ਬੋਲ ਰਹੇ ਡਿਫੈਂਡਿਵ ਅਟੈਕ ਸੀ, ਪਰ ਸਾਨੂੰ ਉਸ ਟਾਈਮ ਕੁਛ ਸਮਝ ਨਹੀਂ ਆ ਰਿਹਾ ਸੀ। ਅਤੇ ਉਹਨਾਂ ਨੇ ਬੋਲਿਆ ਕਿ ਕਰਫਿਊ ਲੱਗੇਗਾ, ਸਾਇਰਨ ਵੱਜੇਗਾ, ਜਦੋਂ ਸਾਇਰਨ ਵੱਜੇਗਾ ਤੁਹਾਨੂੰ ਉੱਥੋਂ ਭੱਜਣਾ ਪਏਗਾ। ਤਾਂ ਅਸੀਂ ਮਤਲਬ ਹਰ ਵੇਲੇ ਪੈਨਿਕ ਸੀਗੇ ਕਿ ਜਦੋਂ ਸਾਇਰਨ ਵੱਜੇਗਾ ਸਾਨੂੰ ਭੱਜਣਾ ਪਏਗਾ। ਅਸੀਂ ਕਿਹੜਾ ਸਮਾਨ ਲੈ ਕੇ ਜਾਵਾਂਗੇ, ਡਾਕੂਮੈਂਟਸ ਵਗੈਰਾ ਸਾਰਾ ਕੁਛ ਰੱਖਿਆ ਸੀ, ਸਭ ਕੁਛ ਪੈਕ ਕੀਤਾ ਹੋਇਆ ਸੀ। ਜੋ ਵੀ ਸਮਾਨ ਅਸੀਂ ਲੈ ਕੇ ਜਾਣਾ ਸੀ ਪਹਿਲਾਂ ਹੀ ਰੱਖਿਆ ਹੋਇਆ ਸੀਗਾ। ਅਤੇ ਅਸੀਂ ਮਤਲਬ ਡਰ ਲੱਗ ਰਿਹਾ ਸੀਗਾ ਸਾਨੂੰ ਵੀ ਕਿ ਮਤਲਬ ਜਦੋਂ ਅਸੀਂ ਬੈਠ ਰਹੇ ਸਾਨੂੰ ਲੱਗਦਾ ਸੀ ਇੱਧਰੋਂ ਅਟੈਕ ਹੋ ਜਾਏਗਾ, ਸਾਡੀ ਬਿਲਡਿੰਗ 'ਤੇ ਅਟੈਕ ਨਾ ਹੋ ਜਾਏ, ਸਾਡੇ 'ਤੇ ਵੀ ਪਤਾ ਨਹੀਂ ਕਿੱਥੇ ਵੀ ਸਾਡੇ ਨਾਲ ਦੇ ਫਰੈਂਡਸ ਪਤਾ ਨਹੀਂ ਕਿਵੇਂ ਸੇਫ ਹੈ ਕਿ ਨਹੀਂ ਹੈ। ਸੋ ਮਤਲਬ ਜਦੋਂ ਤੁਸੀਂ ਉੱਥੋਂ ਨਿਕਲੇ ਹੈ ਕਿ ਕੋਈ ਸਾਧਨ ਕਿਸ ਤਰੀਕੇ ਨਾਲ ਤੁਹਾਨੂੰ ਵਹੀਕਲ ਪ੍ਰਾਪਤ ਹੋਇਆ ਜਾਂ ਕੋਈ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਮਦਦ ਮਿਲੀ ਸੀ? ਐਕਚੁਅਲੀ ਅਸੀਂ ਸਾਰੇ ਇੰਡੀਅਨ ਐਮਬੈਸੀ ਦੀ ਵੇਟ ਕਰ ਰਹੇ ਸੀ ਕਿ ਉਹ ਸਾਨੂੰ ਬੋਲਣਗੇ, ਉਹ ਕੁਛ ਨਾ ਕੁਛ ਪ੍ਰੋਵਾਈਡ ਕਰਾਂਗੇ ਤਾਂ ਅਸੀਂ ਜਾਵਾਂਗੇ। ਪਰ ਅਸੀਂ 2 ਦਿਨ ਵੇਟ ਕੀਤਾ, ਮਤਲਬ ਸਾਨੂੰ ਕੁਛ ਰਿਸਪੌਂਸ ਨਹੀਂ ਆਇਆ। ਬੋਲ ਰਹੇ ਕਿ ਵੇਟ ਕਰੋ, ਬਿਕੋਜ਼ ਉਹ ਵੀ ਸਹੀ ਸੀ ਕਿ ਰੋਮੇਨੀਆ ਬੋਰਡਰ 'ਤੇ ਕਾਫੀ ਬੱਚੇ ਬੈਠੇ ਹੋਏ ਸੀਗੇ ਅਤੇ ਉੱਥੇ ਠੰਡ 'ਚ
ਬੈਠਣ ਤੋਂ ਵਧੀਆ ਸੀਗਾ ਕਿ ਅਸੀਂ ਉੱਥੇ ਸੇਫ ਹਾਂ। ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੇ 'ਤੇ ਕਦੋਂ ਅਟੈਕ ਹੋਏਗਾ, ਤਾਂ ਅਸੀਂ ਉੱਥੇ ਵੀ ਸੇਫ ਨਹੀਂ ਸੀਗੇ। ਫਿਰ ਅਸੀਂ ਸੀਨੀਅਰਸ ਨਾਲ ਗੱਲ ਕੀਤੀ, ਸੀਨੀਅਰਸ ਨੇ ਸਾਨੂੰ ਬੱਸਿਸ ਅਰੇਂਜ ਕੀਤੀਆਂ, ਤਾਂ ਉਹਨਾਂ ਨੇ ਬੋਲਿਆ ਕਿ ਅਸੀਂ ਆਪਣੇ ਰਿਸਕ 'ਤੇ ਜਾ ਰਹੇ ਹਾਂ, ਅਗਰ ਰਾਸਤੇ 'ਚ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਸਾਨੂੰ ਖੁਦ ਫੇਸ ਕਰਨੀ ਪਏਗੀ। ਫਿਰ ਅਸੀਂ ਰੈਡੀ ਸੀ, ਅਸੀਂ ਕਿਹਾ ਅਸੀਂ ਇੱਥੋਂ ਤਾਂ ਐਟਲੀਸਟ ਨਿਕਲੀਏ, ਕਿਸੇ ਜਗ੍ਹਾ 'ਤੇ ਪਹੁੰਚਾਂਗੇ ਨਾ ਐਟਲੀਸਟ। ਫਿਰ ਅਸੀਂ ਉੱਥੋਂ ਆਏ, ਬੱਸਿਸ 'ਚ ਆਏ ਹਾਂ, ਖੁਦ ਅਰੇਂਜ ਕੀਤੀਆਂ ਸੀ ਬੱਸਿਸ ਵਗੈਰਾ। ਜਦੋਂ ਤੁਹਾਨੂੰ ਅਲੱਗ-ਅਲੱਗ ਸੂਚਨਾਵਾਂ ਮਿਲੀਆਂ ਸੀ ਕਿ ਅਟੈਕ ਦੋਨੋਂ ਮੁਲਕਾਂ ਵਿੱਚ ਹੋ ਸਕਦਾ ਹੈ, ਕਿਆ ਤੁਹਾਨੂੰ ਕੋਈ ਇੰਟੀਮੇਸ਼ਨ ਇੰਡੀਅਨ ਐਮਬੈਸੀ ਵੱਲੋਂ ਪਹਿਲਾਂ ਨਹੀਂ ਦਿੱਤੀ ਗਈ ਇਸ ਬਾਰੇ? ਐਕਚੁਅਲੀ ਇੰਡੀਆ ਐਮਬੈਸੀ ਨੇ ਇੱਕ ਐਡਵਾਈਜ਼ਰੀ ਪਾਈ ਸੀ ਕਿ ਤੁਸੀਂ ਅਗਰ ਮਤਲਬ ਤੁਸੀਂ ਸੇਫ ਹੋ ਤੇ ਇੰਡੀਆ ਚਲੇ ਜਾਓ। ਪਰ ਐਦਾਂ ਸੀ ਕਿ ਉਸ ਟਾਈਮ ਸਾਡੀ ਯੂਨੀਵਰਸਿਟੀ ਨੇ ਸਾਨੂੰ ਕੁਛ ਕਨਫਰਮੇਸ਼ਨ ਨਹੀਂ ਦਿੱਤੀ ਸੀ ਕਿ ਤੁਸੀਂ ਚਲੇ ਜਾਓ। ਉਹਨਾਂ ਨੇ ਬੋਲਿਆ ਕਿ 25 ਤੋਂ ਬਾਅਦ ਤੁਹਾਡੀ ਕਲਾਸਿਸ ਆਫਲਾਈਨ ਹੋਏਗੀ। ਮਤਲਬ ਉੱਥੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਸੀ, ਸਾਰਾ ਕੁਛ ਨੋਰਮਲ ਸੀ ਸਭ। ਮਤਲਬ ਸਾਨੂੰ ਲੱਗ ਹੀ ਨਹੀਂ ਰਿਹਾ ਸੀ ਕੁਛ ਹੋ ਰਿਹਾ ਹੈ। ਪਰ ਫਿਰ ਉਸ ਤੋਂ ਬਾਅਦ ਸਾਰੇ ਬੱਚੇ, ਮਤਲਬ ਕੁਛ ਬੱਚਿਆਂ ਨੇ ਕਰਵਾਈਆਂ ਟਿਕਟਸ ਵਗੈਰਾ, ਉਹਨਾਂ ਦੇ ਪੇਰੈਂਟਸ ਜ਼ਿਆਦਾ ਪੈਨਿਕ ਸੀ, ਉਹਨਾਂ ਨੇ ਬੋਲਿਆ ਕਿ ਤੁਸੀਂ ਜਾਓ, ਆ ਜਾਓ, ਟਿਕਟਸ ਕਰਾਓ। ਪਰ ਸਾਨੂੰ ਸੀ ਕਿ ਨਹੀਂ ਵੀ ਐਵੇਂ ਦਾ ਕੁਛ ਹੈ ਨਹੀਂ, ਅਸੀਂ ਰੁਕ ਜਾਂਦੇ ਹਾਂ, ਵੇਟ ਕਰਦੇ ਹਾਂ ਕਿ ਕੀ ਪਤਾ ਫੇਕ ਹੋਏ, ਕੀ ਪਤਾ ਕੁਛ ਨਾ ਹੋਏ। ਫਿਰ ਐਮਬੈਸੀਜ਼ ਨੂੰ ਬੋਲਿਆ ਕਿ ਤੁਸੀਂ ਸਾਡੀ ਯੂਨੀਵਰਸਿਟੀ ਤੋਂ ਕਨਫਰਮ ਕਰਾਓ ਕਿ ਤੁਸੀਂ ਚਲੇ ਜਾਓ। ਪਰ ਉਹਨਾਂ ਨੇ ਬੋਲਿਆ ਕਿ ਯੂਨੀਵਰਸਿਟੀ ਬੋਲ ਰਹੀ ਹੈ ਨਹੀਂ ਕੁਛ ਨਹੀਂ ਹੈ, ਤੁਸੀਂ ਇੱਥੇ ਰੁਕ ਸਕਦੇ ਹੋ। ਪਤਾ ਨਹੀਂ ਹੁਣ ਕਿਉਂ ਸਾਨੂੰ ਰੋਕ ਰਹੀ ਸੀ, ਮੇ ਬੀ ਉਹ ਚਾਹੁੰਦੇ ਸੀ ਕਿ ਅਸੀਂ ਰੁਕ ਜਾਈਏ, ਮੇ ਬੀ ਸਾਡੀ ਕੰਟਰੀ ਬਚ ਜਾਏ, ਕਿਉਂਕਿ ਇੰਡੀਅਨਸ। ਕੀ ਲੱਗਦਾ ਹੈ ਤੁਹਾਨੂੰ, ਕੀ ਲੱਗਦਾ ਇੰਨੇ ਬੱਚੇ ਇੱਕਦਮ ਫਸ ਗਏ? ਤੁਸੀਂ ਦੱਸ ਰਹੇ ਹੋ ਕਿ ਲਗਭਗ 18,000 ਤੋਂ ਜ਼ਿਆਦਾ ਬੱਚਾ ਉੱਥੇ ਫਸਿਆ ਹੋਇਆ ਹੈ, 11 ਬੱਚੇ ਫਸੇ ਹੋਏ ਕਿ ਆਖਰ ਵਿੱਚ ਇਸ ਲਈ ਇੰਡੀਅਨ ਗੌਰਮੈਂਟ ਦੀ ਕੋਈ ਢਿੱਲ ਰਹੀ ਕਿ ਜਿਸ ਕਰਕੇ ਬੱਚੇ ਫਸ ਗਏ? ਐਕਚੁਅਲੀ ਉਹਨਾਂ ਨੇ ਕੀਤਾ, ਮਤਲਬ ਐਡਵਾਈਜ਼ਰੀ ਉਹਨਾਂ ਨੇ ਦਿੱਤੀ ਸੀ ਕਿ ਤੁਸੀਂ ਚਲੇ ਜਾਓ, ਪਰ ਅਸੀਂ ਬਿਲਕੁਲ ਸ਼ੋਰ ਨਹੀਂ ਸੀ। ਅਗਰ ਉਹ ਮੇ ਵੀ ਸਾਨੂੰ ਜ਼ਿਆਦਾ ਉਹਦੇ ਨਾਲ ਸਟ੍ਰਿਕਟਲੀ ਬੋਲਦੇ ਕਿ ਤੁਸੀਂ ਆ ਜਾਓ ਵਾਪਸ, ਤਾਂ ਅਸੀਂ ਸਾਰੇ ਆਉਂਦੇ, ਜਲਦੀ ਤੋਂ ਜਲਦੀ ਵਾਪਸ ਆਉਣ ਦੀ ਕੋਸ਼ਿਸ਼ ਕਰਦੇ। ਪਰ ਉਹਨਾਂ ਨੇ ਸਾਨੂੰ 23 ਨੂੰ ਬੋਲਿਆ, 23 ਨੂੰ ਉਹਨਾਂ ਨੇ ਸਪੈਸ਼ਲ ਫਲਾਈਟਸ ਕੀਤੀਆਂ ਅਤੇ ਰੈਸਕਿਊ ਲਈ। ਅਤੇ ਇੱਕ ਫਲਾਈਟ 'ਚ ਦੇਖੋ ਤਾਂ 22,000 ਲੋਕ ਹੈ, ਅਤੇ ਇੱਕ ਫਲਾਈਟ 'ਚ ਕਿਵੇਂ ਆਉਣਗੇ? 24 ਨੂੰ ਅਟੈਕ ਹੋਇਆ ਹੈ, ਇੱਕ ਦਿਨ ਪਹਿਲਾਂ ਉਹ ਸਾਨੂੰ ਅਵੇਅਰ ਕਰ ਰਹੇ ਆ ਕਿ ਤੁਸੀਂ ਨਿਕਲ ਜਾਓ ਯੂਕਰੇਨ 'ਚੋਂ। ਆਪਾਂ ਕਿਵੇਂ ਆਵਾਂਗੇ ਇੱਕ ਦਿਨ 'ਚ, ਕਿਵੇਂ ਆ ਸਕਦੇ ਹਾਂ? ਸੋ ਓਬਵੀਅਸਲੀ ਉਹ ਥੋੜ੍ਹਾ ਉਹਨਾਂ ਨੇ ਲੇਟ ਕੀਤਾ ਹੈ। ਮਤਲਬ ਤੁਸੀਂ ਮੰਨਦੇ ਹੋ ਕਿ ਇੰਡੀਅਨ ਐਮਬੈਸੀ ਵੱਲੋਂ ਵੀ ਕਾਫੀ ਅਣਗਹਿਲੀ ਵਰਤੀ ਗਈ ਜਿਸ ਕਰਕੇ ਇੰਨੇ ਵੱਡੇ ਮਾਹੌਲ ਪੈਨਿਕ ਕ੍ਰੀਏਟ ਹੋਇਆ ਹੈ। ਤੋ ਜਦੋਂ ਤੁਸੀਂ ਉਸ ਵੇਲੇ ਉੱਥੋਂ ਨਿਕਲੇ ਹੈ, ਉਸ ਵੇਲੇ ਉੱਥੇ ਦੇ ਹਾਲਾਤ ਕਿੱਦਾਂ ਦੇ ਹੈ? ਐਕਚੁਅਲੀ ਜਿਵੇਂ ਮੈਂ ਜਿਹੜੀ ਸਟੇਟ 'ਚ ਸੀਗੀ, ਮੈਂ ਉੜੀਸਾ ਸਟੇਟ ਸੀ, ਅਤੇ ਉਹ ਬਿਲਕੁਲ ਲਾਸਟ 'ਚ ਆਉਂਦੀ ਹੈ, ਤਾਂ ਉੱਥੇ ਮਾਹੌਲ ਥੋੜ੍ਹਾ ਨੋਰਮਲ ਸੀ। ਪਰ ਜਿਵੇਂ ਸਾਨੂੰ ਗਰੁੱਪਸ ਵਗੈਰਾ 'ਤੇ ਸਾਨੂੰ ਮਿਲਦੀ ਸੀ, ਇਨਫੋ ਮਿਲਦੀ ਸੀ, ਜਿਵੇਂ ਖਾਰਕਿਵ, ਕੀਵ, ਉੱਥੇ ਸਭ ਤੋਂ ਪਹਿਲਾਂ ਇਨਵੇਜਨ ਹੋਇਆ ਸੀ ਅਤੇ ਉੱਥੇ ਬਹੁਤ ਜ਼ਿਆਦਾ ਅਟੈਕ ਹੋਏ ਸੀ, ਅਤੇ ਬੱਚੇ ਉੱਥੇ ਬੈਠੇ ਹੋਏ ਸੀ, ਬੇਸਮੈਂਟਸ ਜਾ ਕੇ ਬੈਠੇ ਹੋਏ ਸੀਗੇ। ਅਤੇ ਉਹ ਤਾਂ 2-3 ਹਫ਼ਤਿਆਂ ਤੋਂ ਬੱਚੇ ਬੈਠੇ ਸੀ, ਅਤੇ ਉੱਥੇ ਕੁਛ ਖਾਣਾ ਪੀਣਾ ਕੁਛ ਨਹੀਂ ਸੀ, ਅਤੇ ਸਾਨੂੰ ਉਹ ਦੇਖ ਕੇ ਡਰ ਲੱਗ ਰਿਹਾ ਸੀ। ਬਿਕੋਜ਼ ਉਹ ਕਹਿ ਰਹੇ ਸੀ ਕਿ ਅਗਰ ਤੁਸੀਂ ਸੇਵ ਹੋਣਾ ਤੁਸੀਂ ਬੇਸਮੈਂਟਸ ਚਲੇ ਜਾਓ। ਪਰ ਕੁਛ ਲੋਕ ਕਹਿ ਰਹੇ ਸੀਗੇ ਕਿ ਨਹੀਂ, ਬੇਸਮੈਂਟਸ ਨਾ ਜਾਓ, ਉੱਥੇ ਤੁਹਾਨੂੰ ਫੂਡ ਨਹੀਂ ਮਿਲੇਗਾ, ਉੱਥੇ ਅਗਰ ਤੁਸੀਂ ਫਸ ਗਏ ਤਾਂ ਕਿਵੇਂ ਜਾਓਗੇ, ਉੱਥੇ ਵੈਂਟੀਲੇਸ਼ਨ ਨਹੀਂ ਹੋਏਗੀ, ਤੁਸੀਂ ਵੈਸੇ ਹੀ ਮਰ ਜਾਓਗੇ ਉੱਥੇ। ਤਾਂ ਤੁਸੀਂ ਆਪਣੇ ਘਰੇ ਰਹੋ, ਤੁਸੀਂ ਘਰੇ ਸੇਫ ਹੋ, ਤੁਹਾਡੇ ਕੋਲ ਸਭ ਕੁਛ ਹੈ, ਜਿਵੇਂ ਵੀ ਤੁਹਾਨੂੰ ਕੁਛ ਦਿੱਕਤ ਲੱਗੇਗੀ ਤੁਸੀਂ ਉੱਥੋਂ ਆ ਜਾਓ ਵਾਪਸ, ਤੁਸੀਂ ਉਦੋਂ ਨਿਕਲਣਾ, ਪਰ ਹੁਣ ਨਾ ਨਿਕਲਿਓ। ਫਿਰ ਅਸੀਂ ਉੱਥੇ ਬੈਠੇ ਹੋਏ ਸੀ, ਵੇਟ ਕਰ, ਮਤਲਬ ਅਸੀਂ ਹਰ ਪਲ ਹਰ ਨਿਊਜ਼ ਦੇਖ ਰਹੇ ਸੀ ਵੀ ਸਾਨੂੰ ਕੋਈ ਨਿਊਜ਼ ਮਿਲੇ ਅਤੇ ਅਸੀਂ ਨਿਕਲੀਏ ਇੱਥੋਂ, ਵੀ ਕੁਛ ਨਾ ਕੁਛ ਰਿਲੀਫ ਹੋਏ। ਪਰ ਮਤਲਬ ਕੰਡੀਸ਼ਨ ਵਰਸ। ਔਰ ਕੋਈ ਖਾਣ ਪੀਣ ਦੀ ਵਿਵਸਥਾ ਉੱਥੇ ਦੀ ਗੌਰਮੈਂਟ ਵੱਲੋਂ ਜਾਂ ਕੋਈ ਕੀਤੀ ਗਈ ਤੁਹਾਡੇ ਲਈ? ਨਹੀਂ ਸਰ, ਬਿਲਕੁਲ ਵੀ ਨਹੀਂ। ਅਸੀਂ ਆਪਣੀ ਫਲੈਟਸ 'ਚ ਸੀਗੇ, ਅਸੀਂ ਖੁਦ ਸਾਰਾ ਖਾਣਾ ਲੈ ਕੇ ਆਏ ਹੋਏ ਸੀਗੇ, ਅਸੀਂ ਬਾਹਰ ਨਹੀਂ ਨਿਕਲੇ ਕਿਉਂਕਿ ਕਰਫਿਊ ਲਗਾ ਦਿੰਦੇ ਸੀ ਰਾਤ ਨੂੰ, ਅਤੇ ਉੱਥੇ ਸਿਰਫ ਰਸ਼ੀਅਨ ਆਰਮੀ ਘੁੰਮਦੀ ਸੀ, ਅਤੇ ਅਸੀਂ ਬਾਹਰ ਜਾਣਾ ਸਾਡਾ ਅਲਾਊਡ ਹੀ ਨਹੀਂ ਸੀ। ਅਤੇ ਸਾਨੂੰ ਗਰੁੱਪਸ 'ਚ ਜਦੋਂ ਮੈਸੇਜਸ ਆਉਂਦੇ ਸੀ ਤਾਂ ਬੱਚੇ ਸਾਨੂੰ ਅਵੇਅਰ ਕਰਦੇ ਸੀ ਕਿ ਇਸ ਸਟਰੀਟ 'ਤੇ ਫਾਇਰ ਹੋਇਆ ਹੈ, ਇਸ ਸਟਰੀਟ 'ਤੇ ਅਟੈਕ ਹੋਇਆ, ਪਲੀਜ਼ ਤੁਸੀਂ ਬਾਹਰ ਨਾ ਜਾਓ। ਅਤੇ ਉਹ ਹਰ ਮਿੰਟ ਬਾਅਦ ਸਾਨੂੰ ਪੁੱਛਦੇ ਸੀਗੇ ਗਰੁੱਪਸ ਵਾਲੇ ਕਿ ਤੁਸੀਂ ਸੇਫ ਹੋ। ਸਾਨੂੰ ਹਰ ਮਿੰਟ ਬਾਅਦ ਮੈਸੇਜ ਕਰਨਾ ਪੈਂਦਾ ਸੀ ਜੀ ਹਾਂ ਅਸੀਂ ਸੇਫ ਹਾਂ, ਇਸ ਸਟੇਟ 'ਤੇ ਅਸੀਂ ਸੇਫ ਹਾਂ, ਇਸ ਫਲੈਟ 'ਚ ਹਾਂ, ਅਸੀਂ ਇਸ ਸਟਰੀਟ 'ਤੇ ਰਹਿੰਦੇ ਹਾਂ, ਅਸੀਂ ਇੱਥੇ ਸੇਫ ਹਾਂ। ਮਤਲਬ ਸਾਨੂੰ ਦੱਸਣਾ ਪੈਂਦਾ ਸੀ ਬਾਰ-ਬਾਰ। ਹੁਣ ਤੁਸੀਂ ਕਿਵੇਂ ਆਏ ਹੋ? ਕਿਸ ਤਰੀਕੇ ਨਾਲ ਫਲਾਈਟ ਦਾ ਇੰਤਜ਼ਾਮ ਹੋਇਆ ਹੈ? ਕਿਵੇਂ ਕਰਕੇ ਤੁਸੀਂ ਆਪਣੇ ਘਰੇ ਪਹੁੰਚੇ ਹੋ? ਦੇਖੋ ਸਰ, ਅਸੀਂ 24 ਸਾਨੂੰ ਪਤਾ ਲੱਗਿਆ, ਅਸੀਂ ਉਸ ਦਿਨ ਹੀ ਸਭ ਕੁਛ ਅਰੇਂਜ ਕਰ ਲਿਆ ਕਿ ਅਸੀਂ ਜਾਣਾ ਹੈ। ਫਿਰ ਅਸੀਂ 26 ਨੂੰ ਆਪਣੇ ਸੀਨੀਅਰਸ ਨਾਲ ਗੱਲ ਕੀਤੀ, ਉਹਨਾਂ ਨੇ ਬੋਲਿਆ ਕਿ ਸਾਨੂੰ ਨਹੀਂ ਪਤਾ ਇੰਡੀਅਨ ਐਮਬੈਸੀ ਕਦੋਂ ਸਾਨੂੰ ਹੈਲਪ ਭੇਜੇਗੀ, ਸਾਨੂੰ ਖੁਦ ਆਪਣੇ ਆਪ ਇੱਥੋਂ ਜਾਣਾ ਪਏਗਾ। ਫਿਰ ਉਹਨਾਂ ਨੇ ਬੱਸਿਸ ਅਰੇਂਜ ਕਰਾਈਆਂ, ਅਤੇ 3-4 ਬੱਸਿਸ ਸੀਗੀਆਂ, ਅਤੇ ਅਸੀਂ 26 ਤਰੀਕ ਨੂੰ 12 ਵਜੇ ਉੱਥੋਂ ਉੜੀਸਾ ਤੋਂ ਨਿਕਲੇ ਬਾਹਰ। ਸਾਨੂੰ ਪਤਾ ਨਹੀਂ ਸੀ ਕਿ ਮਾਲਦੋਵਾ ਵਾਲਾ ਬੋਰਡਰ ਸਾਨੂੰ ਉੱਥੇ ਅਲੋਅ ਕਰੇਗਾ, ਇਸ ਕਰਕੇ ਅਸੀਂ ਰੋਮੇਨੀਆ ਬੋਰਡਰ ਪਹੁੰਚਣਾ ਸੀ, ਅਤੇ ਅਸੀਂ ਚਰਨੋਵਿਸਕੀ ਦੇ ਥਰੂ, ਮਤਲਬ 12 ਘੰਟੇ ਦਾ ਰਸਤਾ ਸੀ, ਪਰ ਜਿਵੇਂ ਟ੍ਰੈਫਿਕ ਜੈਮ ਸੀ ਉੱਥੇ,
ਤਾਂ ਸਾਨੂੰ 10 ਘੰਟੇ ਅਸੀਂ ਟ੍ਰੈਫਿਕ ਜੈਮ 'ਚ ਰੁਕੇ ਹਾਂ ਉੱਥੇ। ਜਿਵੇਂ ਤਿਵੇਂ ਕਰਕੇ ਅਸੀਂ ਜਦੋਂ ਉੱਥੇ ਪਹੁੰਚੇ, ਫਿਰ ਉਹਨਾਂ ਨੇ ਬੋਲਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ। ਫਿਰ ਸਾਨੂੰ 10-12 ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪਿਆ। ਫਿਰ ਅਸੀਂ ਫਾਈਨਲੀ ਬਾਰਡਰ 'ਤੇ ਪਹੁੰਚ ਗਏ, ਸਾਰੇ ਬੱਚੇ ਸਾਡੇ ਨਾਲ ਦੇ ਜਿਹੜੇ ਸੀ। ਪਰ ਉੱਥੇ ਅਸੀਂ ਜਾ ਕੇ ਦੇਖਿਆ, ਉੱਥੇ ਪਹਿਲਾਂ ਦੇ ਜਿਹੜੇ ਦੂਸਰੀ ਯੂਨੀਵਰਸਿਟੀ ਦੇ ਬੱਚੇ, ਤਨਿਸ਼ਾ ਵਾਲੇ ਬੱਚੇ, ਵਿਨਿਤਸਿਆ ਵਾਲੇ ਬੱਚੇ, ਸਾਰੇ ਉੱਥੇ ਪਹੁੰਚੇ ਸੀਗੇ। ਅਤੇ ਉਹ ਸਾਨੂੰ ਬੋਲ ਰਹੇ ਸੀ ਕਿ ਅਸੀਂ 2-2 ਦਿਨ ਦੇ ਇੱਥੇ ਬੈਠੇ ਹਾਂ, ਠੀਕ ਹੈ। ਅਤੇ ਪਰ ਲੱਕਲੀ ਜਿਵੇਂ ਮੇਰੀ ਫਰੈਂਡ ਸੀ ਅਤੇ ਸਾਡਾ ਗਰੁੱਪ ਸੀ, ਸਾਨੂੰ ਨਹੀਂ ਪਤਾ, ਸਾਡੇ ਗਰੁੱਪ ਸਿਰਫ ਅਸੀਂ 5 ਜਣੇ ਸੀਗੇ। ਅਤੇ ਮੈਂ ਅਤੇ ਮੇਰੀ ਫਰੈਂਡ, ਜਿਵੇਂ ਉਹ 3 ਬੋਆਇਜ਼ ਸੀ, ਅਸੀਂ ਦੋਨੋਂ ਗਰਲਸ। ਅਤੇ ਉਹਨਾਂ ਨੇ ਬੋਲਿਆ ਕਿ ਅਸੀਂ ਗਰਲਸ ਨੂੰ ਅਲਾਓ ਕਰਾਂਗੇ ਪਹਿਲਾਂ, ਬਿਕੋਜ਼ ਉਸ ਤੋਂ ਪਹਿਲਾਂ ਬੋਲ ਰਹੇ ਸੀ ਕਿ ਗਰਲਸ ਨੂੰ ਥੋੜ੍ਹੀ ਪ੍ਰੋਬਲਮ ਆਈ ਹੈ, ਕੁਛ ਬੱਚੇ ਫੇਂਟ ਹੋ ਗਏ ਉੱਥੇ ਇੰਨੇ ਦੇਰ ਖੜ੍ਹੇ। ਫਿਰ ਉਹਨਾਂ ਨੇ ਬੋਲਿਆ ਕਿ ਗਰਲਸ ਨੂੰ ਪਹਿਲਾਂ ਅਲਾਓ ਕਰਾਂਗੇ। ਪਰ ਜਿਵੇਂ ਮਤਲਬ ਇੰਨੇ ਜ਼ਿਆਦਾ ਬੱਚੇ ਸੀਗੇ ਤਾਂ ਇੰਨਾ ਉੱਥੇ ਪੈਨਿਕ ਸਟੇਟ ਸੀਗੀ ਕਿ ਕੁਛ ਨਹੀਂ ਪਤਾ ਚੱਲ ਰਿਹਾ ਸੀ। ਸਭ ਨੂੰ ਸੀਗਾ ਕਿ ਅਸੀਂ ਬੋਰਡਰ ਕ੍ਰੋਸ ਕਰ ਜੀ, ਸਾਰਿਆਂ ਨੂੰ, ਕਿਉਂਕਿ ਇੱਕ ਤਾਂ ਉੱਥੇ ਇੰਨੀ ਠੰਡ ਸੀ, ਉੱਤੋਂ ਸਾਰੇ ਇੰਨਾ ਕਿਲੋਮੀਟਰ ਪੈਦਲ ਚੱਲ ਕੇ ਆਏ ਸੀ, ਉੱਥੇ ਕਿਸੇ ਤੋਂ ਖੜ੍ਹੇ ਨਹੀਂ ਹੋ ਰਿਹਾ ਸੀਗਾ। ਉੱਤੋਂ ਲਗੇਜ ਜਿਨ੍ਹਾਂ ਦਾ ਸੀ ਥੋੜ੍ਹਾ ਬਹੁਤਾ ਉਹ ਸੀ। ਫਿਰ ਅਸੀਂ ਜਿਵੇਂ ਤਿਵੇਂ ਕਰਕੇ ਅਸੀਂ ਲੱਕੀਲੀ ਸਾਡਾ ਨੰਬਰ ਆ ਗਿਆ। ਸੈਕਿੰਡ ਵਾਰੀ 'ਚ ਅਸੀਂ ਅੰਦਰ ਐਂਟਰ ਕਰ ਗਏ। ਫਿਰ ਅਸੀਂ ਆਪਣੇ ਫਰੈਂਡਸ ਦਾ ਵੇਟ ਕਰ ਰਹੇ ਸੀਗੇ ਕਿ ਉਹ ਵੀ ਆਉਣ। ਫਿਰ ਅਸੀਂ ਉੱਥੇ 5-6 ਘੰਟੇ ਉੱਥੇ ਖੜ੍ਹੇ ਰਹੇ ਹਾਂ। ਫਿਰ ਉਸ ਤੋਂ ਬਾਅਦ ਉਹਨਾਂ ਨੇ ਬੋਲਿਆ ਕਿ ਤੁਸੀਂ ਚਲੇ ਜਾਓ, ਸਾਡਾ ਕੁਛ ਨਹੀਂ ਪਤਾ, ਬਿਕੋਜ਼ ਉੱਥੇ 5,000 ਬੱਚਾ ਹੋਰ ਆਇਆ ਸੀ। ਅਤੇ ਉਹਨੇ ਬੋਲਿਆ ਸਾਨੂੰ ਨਹੀਂ ਪਤਾ ਸੀ ਕਦੋਂ ਆਵਾਂਗੇ, ਸ਼ਾਇਦ ਸਾਨੂੰ ਹਫ਼ਤਾ ਲੱਗ ਜੇ, ਪਲੀਜ਼ ਤੁਸੀਂ ਚਲਿਓ। ਅਸੀਂ ਉੱਥੋਂ ਆਏ, ਸਾਡਾ ਉਹਨੇ ਸਟੈਂਪ ਵਗੈਰਾ ਹੋਈ, ਅਸੀਂ ਰੋਮੇਨੀਆ ਐਂਟਰ ਹੋ ਗਏ। ਰੋਮੇਨੀਆ ਐਂਟਰ ਹੋਣ ਤੋਂ ਬਾਅਦ ਸਾਨੂੰ ਕੋਈ ਪ੍ਰੋਬਲਮ ਨਹੀਂ। ਉਹਨਾਂ ਨੇ ਸਾਨੂੰ ਸਿਮ ਪ੍ਰੋਵਾਈਡ ਕੀਤੀ, ਉਹਨਾਂ ਨੇ ਸਾਨੂੰ ਫੂਡ ਪ੍ਰੋਵਾਈਡ ਕੀਤਾ, ਖਾਣਾ, ਸ਼ੈਲਟਰ, ਸਾਰਾ ਕੁਛ ਮਿਲਿਆ ਸਾਨੂੰ। ਰੋਮੇਨੀਆ ਗਵਰਨਮੈਂਟ ਵੱਲੋਂ ਬਹੁਤ ਮਦਦ ਕੀਤੀ ਸੀ। ਬਹੁਤ ਮਦਦ, ਉਹਨਾਂ ਨੇ ਬਹੁਤ ਮਦਦ ਕੀਤੀ ਸਾਨੂੰ। ਕਲੋਥਸ ਦਿੱਤੇ, ਕੰਬਲ ਵਗੈਰਾ, ਬਲੈਂਕਟਸ ਦਿੱਤੇ, ਸ਼ੈਲਟਰ, ਸਾਰਾ ਕੁਛ। ਫਿਰ ਉਹ ਸਾਨੂੰ ਸ਼ੈਲਟਰਸ 'ਚ ਲੈ ਕੇ ਜਾ ਰਹੇ ਸੀਗੇ। ਕੁਛ ਬੱਸਿਸ ਜਾ ਰਹੀ ਸੀ ਸ਼ੈਲਟਰ 'ਤੇ, ਕੁਛ ਏਅਰਪੋਰਟ ਵੀ ਜਾ ਰਹੀਆਂ ਸੀਗੀਆਂ। ਅਸੀਂ ਵੇਟ ਕਰ ਰਹੇ ਸੀ ਕਿ ਸਾਡੇ ਫਰੈਂਡਸ ਆ ਜਾਣ, ਫਿਰ ਅਸੀਂ ਕਿਸੇ ਸ਼ੈਲਟਰ 'ਤੇ ਜਾਈਏ। ਪਰ ਫਿਰ ਉਸ ਤੋਂ ਬਾਅਦ ਇੱਕ ਬੱਸ ਆਈ, ਉਹਨੇ ਬੋਲਿਆ ਕਿ ਏਅਰਪੋਰਟ ਜਾਏਗੀ ਉਹ ਬੱਸ। ਪਤਾ ਨਹੀਂ ਕਿਉਂ ਅਸੀਂ ਕਿਹਾ ਚਲੋ ਠੀਕ ਹੈ, ਏਅਰਪੋਰਟ ਚੱਲਦੇ ਹਾਂ, ਸ਼ੈਲਟਰ 'ਤੇ ਨਹੀਂ ਜਾਂਦੇ ਹਾਂ, ਏਅਰਪੋਰਟ ਚੱਲਦੇ ਹਾਂ। ਬਿਕੋਜ਼ ਉੱਥੇ ਇੰਨੀ ਠੰਡ ਸੀ, ਉੱਥੇ ਰੁਕ ਨਹੀਂ ਸਕਦੇ ਸੀਗੇ, -2 ਟੈਂਪਰੇਚਰ ਸੀ ਉੱਥੇ। ਫਿਰ ਅਸੀਂ ਏਅਰਪੋਰਟ ਵਾਲੀ ਬੱਸਿਸ 'ਚ ਗਏ। ਉਹਨਾਂ ਨੇ ਬੋਲਿਆ ਕਿ ਉੱਥੇ ਵੀ ਬਹੁਤ ਬੱਚੇ, 500 ਬੱਚਾ ਸੀ ਅਤੇ ਇੱਕ ਬੱਸ 'ਚ 50 ਬੱਚੇ ਆਉਂਦੇ ਆ। ਮਤਲਬ ਸਾਨੂੰ ਲੱਗਿਆ ਕਿ ਸਾਡੀ ਤਾਂ ਟਰਨ ਹੀ ਨਹੀਂ ਆਏਗੀ, ਹੈ ਨਾ। ਅਸੀਂ ਵੇਟ ਕਰ ਰਹੇ ਸੀ, ਫਿਰ ਕਿਹਾ ਚਲੋ ਰਹਿਣ ਦਿੰਦੇ ਹਾਂ। ਪਰ ਫਿਰ ਉਹਨਾਂ ਨੇ ਬੋਲਿਆ ਕਿ ਗਰਲਸ ਜਾ ਸਕਦੇ ਹੈ। ਫਿਰ ਅਸੀਂ ਦੋਨੋਂ ਲੱਕੀਲੀ ਉਸ ਬੱਸ 'ਚ ਚਲੇ ਗਏ। ਤਾਂ ਉੱਥੋਂ ਅਸੀਂ 10 ਵਜੇ ਚੱਲੇ ਹਾਂ ਰਾਤ ਨੂੰ, ਅਤੇ ਅਸੀਂ 27 ਤਰੀਕ ਨੂੰ ਸੁਬਾਹ ਪਹੁੰਚੇ। 28 ਤਰੀਕ ਨੂੰ ਸੁਬਾਹ ਪਹੁੰਚੇ ਹਾਂ ਰੋਮੇਨੀਆ ਦੇ ਕੈਪੀਟਲ ਦੇ ਵਿੱਚ, ਜਿੱਥੇ ਏਅਰਪੋਰਟ ਹੈ, ਉੱਥੇ ਪਹੁੰਚੇ। ਅਤੇ 28 ਤਰੀਕ ਨੂੰ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਵੇਟ ਕੀਤਾ ਉੱਥੇ। ਸੁਬਾਹ ਅਸੀਂ 6:30 ਪਹੁੰਚ ਗਏ। ਫਿਰ ਉਸ ਤੋਂ ਬਾਅਦ ਅਸੀਂ ਉੱਥੇ ਖਾਣਾ ਪੀਣਾ ਜੋ ਵੀ, ਉਹਨਾਂ ਨੇ ਸਾਨੂੰ ਇੱਕ ਵਧੀਆ ਜਗ੍ਹਾ ਕੀਤਾ ਹੋਇਆ ਸੀ ਕਿ ਉੱਥੇ ਸਾਰੇ ਬੱਚੇ ਸੀਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਬੋਲਿਆ ਕਿ ਉਹਨਾਂ ਨੇ ਸਾਡੇ ਨਾਮ ਸਾਡੇ ਤੋਂ ਲਏ ਸੀਗੀ। ਸਾਨੂੰ ਪਤਾ ਨਹੀਂ ਸੀ ਸਾਡਾ ਨਾਮ ਆਏਗਾ ਫਲਾਈਟ ਜਾਂ ਨਹੀਂ ਆਏਗਾ। ਅਸੀਂ ਵੇਟ ਕਰ ਰਹੇ ਸੀ ਕਿ ਸਾਨੂੰ ਸ਼ੈਲਟਰ 'ਤੇ ਲੈ ਜਾਣ ਜਾਂ ਕਿਤੇ ਅਸੀਂ ਰੈਸਟ ਕਰਾਂਗੇ। ਪਰ ਪਤਾ ਨਹੀਂ ਕਿਵੇਂ ਕਰਕੇ ਸਾਡਾ ਨਾਮ ਆ ਗਿਆ ਫਲਾਈਟ 'ਚ। ਅਤੇ ਫਿਰ ਸਾਡੀ ਫਲਾਈਟ ਰਾਤ ਨੂੰ 10 ਵਜੇ ਸਾਡੀ ਫਲਾਈਟ ਸੀਗੀ। ਫਿਰ ਸਾਨੂੰ ਉੱਥੋਂ ਫ੍ਰੀ ਫਲਾਈਟਸ ਹੋਈਆਂ ਮੁੰਬਈ ਦੀਆਂ। ਇੱਕ ਸੋਸ਼ਲ ਮੀਡੀਆ 'ਤੇ ਇੱਕ ਖਬਰ ਆ ਰਹੀ ਸੀ, ਤੁਸੀਂ ਤਾਂ ਉੱਥੇ ਜਾ ਕੇ ਫੇਸ ਕੀਤਾ ਹੈ ਕਿ ਲੜਕੀਆਂ ਨਾਲ ਕੋਈ ਮਿਸਬਿਹੇਵ ਹੋਇਆ। ਨਹੀਂ ਸਰ, ਬਿਲਕੁਲ ਵੀ ਨਹੀਂ। ਮੈਂ ਵੀ ਇੱਥੇ, ਮੇਰੇ ਪੇਰੈਂਟਸ ਕਹਿ ਰਹੇ ਸੀਗੇ ਕਿ ਤੁਹਾਨੂੰ ਉੱਥੇ ਲੜਕੀਆਂ ਨਾਲ ਕੁਛ ਬਿਲਕੁਲ ਵੀ ਨਹੀਂ। ਰੋਮੇਨੀਆ ਬਾਰਡਰ ਦੇ ਬਾਹਰ ਦੇਖੋ, ਉੱਥੇ ਇੰਨੀ ਭੀੜ ਹੈ, ਉਹਨਾਂ ਨੇ ਡਰਾਇਆ ਸੀ ਬੱਚਿਆਂ ਨੂੰ, ਓਬਵੀਅਸਲੀ ਉਹਨਾਂ ਨੇ ਫਾਇਰ ਕੀਤੇ ਸੀ, ਪਰ ਕੋਈ ਬੱਚਾ ਹਾਰਮ ਨਹੀਂ ਹੋਇਆ ਸੀ। ਜਸਟ ਉਹਨਾਂ ਨੂੰ ਪਿੱਛੇ ਕਰਨ ਵਾਸਤੇ, ਕਿਉਂਕਿ ਉਹ ਖੁਦ ਉੱਥੇ ਇੱਕ ਦੂਜੇ ਦੇ ਬੱਚੇ ਲੜਾਈ ਕਰ ਰਹੇ ਸੀਗੇ, ਬੱਚੇ ਇੱਕ ਦੂਸਰੇ ਨਾਲ ਕਿ ਅਸੀਂ ਅੱਗੇ ਜਾਣਾ ਹੈ। ਮਤਲਬ ਉੱਥੇ ਮਾਹੌਲ ਹੀ ਐਵੇਂ ਦਾ ਸੀਗਾ ਕਿ ਉਹਨਾਂ ਨੂੰ ਕੁਛ ਨਾ ਕੁਛ ਕਰਨ ਵਾਸਤੇ, ਉਹਨਾਂ ਨੂੰ ਕਾਮ ਕਰਨ ਵਾਸਤੇ ਜਾਂ ਫਿਰ ਵੀ ਉਹਨਾਂ ਨੂੰ ਪਿੱਛੇ ਕਰਨ ਵਾਸਤੇ ਕੁਛ ਸਟੈਪ ਲੈਣੇ ਪੈਣੇ ਸੀਗੇ। ਪਰ ਕਿਸੇ ਨਾਲ ਕੁਛ, ਮਤਲਬ ਉਹਨਾਂ ਨੇ ਕੁਛ ਕਿਸੇ ਨਾਲ ਮਿਸਬਿਹੇਵ ਨਹੀਂ ਕੀਤਾ, ਕਿਸੇ ਨਾਲ ਵੀ। ਸੋ ਵੱਡੀ ਗਿਣਤੀ 'ਚ ਬੱਚੇ ਅਜੇ ਵੀ ਫਸੇ ਹੋ। ਲਾਸਟ ਵਿੱਚ ਤੁਸੀਂ ਇੰਡੀਅਨ ਗੌਰਮੈਂਟ ਨੂੰ ਕੀ ਰਿਕੁਐਸਟ ਕਰੋਗੇ? ਮੈਂ ਇਹ ਰਿਕੁਐਸਟ ਕਰਾਂਗੀ, ਬਿਕੋਜ਼ ਕੀਵ ਅਤੇ ਖਾਰਕਿਵ ਮੇਨ ਜੋ ਜਗ੍ਹਾ ਹੈ ਨਾ, ਉੱਥੇ ਕੋਈ ਉਹ ਬੱਚੇ ਇੰਨੇ ਫਸ ਚੁੱਕੇ ਆ ਕਿ ਉੱਥੋਂ ਬੱਸਿਸ ਅਰੇਂਜ ਕਰਕੇ ਵੀ ਉੱਥੋਂ ਆ ਨਹੀਂ ਸਕਦੇ। ਅਤੇ ਇੰਨੀ ਪਾਸ ਉਹ ਹੈ ਨਹੀਂ ਕਿ ਉਹ ਪੈਦਲ ਨਿਕਲ ਜਾਣ, ਅਤੇ ਉਹ ਬਾਹਰ ਜਾ ਹੀ ਨਹੀਂ ਸਕਦੇ। ਉੱਥੇ ਰਸ਼ੀਅਨ ਆਰਮੀ ਹੈ ਸਾਰੇ। ਮੈਂ ਇਹੀ ਅਪੀਲ ਕਰਦੀ ਹਾਂ ਕਿ ਉਹਨਾਂ ਨੂੰ ਐਟਲੀਸਟ ਉਹਨਾਂ ਨੂੰ ਪਲੀਜ਼ ਉੱਥੇ ਕਾਰਗੋ ਪਲੇਨ ਜਾਂ ਕੁਛ ਵੀ, ਜਿਵੇਂ ਵੀ ਪੋਸੀਬਲ ਹੋ ਸਕੇ, ਉੱਥੇ ਜਾ ਕੇ ਉਹਨਾਂ ਨੂੰ ਬਚਾਉਣ। ਸੋ ਸਿਮਰਨਜੀਤ ਕੌਰ ਨਾਲ ਗੱਲ ਹੋਈ ਹੈ। ਸਿਮਰ ਜੀ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੀ ਹਾਂ। ਬੱਚੀ ਘਰ ਵਾਪਸ ਆਈ ਹੈ, ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਮਹਿਸੂਸ ਕਰਦਾ ਜੀ, ਬਹੁਤ ਖੁਸ਼ੀ ਹੋਈ ਜੀ। ਪਹਿਲਾਂ ਤਾਂ ਥੋੜ੍ਹੇ ਜਿਹੇ ਡਰੇ ਵੀ ਸੀਗੇ ਜੀ, ਪਰ ਜਦੋਂ ਸਾਨੂੰ ਜਿੱਦਾਂ ਇਹਨਾਂ ਦੀ ਅਪਡੇਟ ਆਉਂਦੀ ਰਹੀ, ਪਤਾ ਲੱਗਦਾ ਰਿਹਾ, ਉਦੋਂ ਥੋੜ੍ਹੀ ਜਿਹੀ ਮਨ ਨੂੰ ਤਸੱਲੀ ਵੀ ਹੋਈ। ਪਰ ਖੁਸ਼ੀ ਇੰਨੀ ਨਹੀਂ ਹੋਈ ਤੇ ਬੱਚੀ ਦੇ ਆਉਣ 'ਤੇ, ਜਿੰਨੀ ਖੁਸ਼ੀ ਉਦੋਂ ਹੋਊਗੀ ਜਦੋਂ ਸਾਰੇ ਬੱਚੇ ਆਪਣੇ ਆਪਣੇ ਘਰੇ ਆ ਜਾਣਗੇ, ਕਿ ਸਾਰੇ ਬੱਚਿਆਂ ਦੇ ਸਾਰੇ ਮਾਂ ਪਿਓ ਜਿਹੜੇ ਹੈ ਨਾ, ਉਹ
ਕਰਦੇ ਆ। ਸਾਡੀ ਤਾਂ ਹੁਣ ਇਕੱਲੀ ਬੇਟੀ ਸੀਗੀ ਜੀ, ਅਸੀਂ ਤਾਂ ਸੀਗੇ, ਪਰ ਬਾਕੀ ਵੀ ਮੇਰੇ ਖਿਆਲ ਪੇਰੈਂਟਸ ਸਾਡੇ ਵਾਂਗੂ ਬਹੁਤ ਦੁਖੀ ਹੋਏ ਹੋਣਗੇ। ਅਸੀਂ ਇਹੀ ਅਪੀਲ ਕਰਦੇ ਹਾਂ ਵੀ ਉਹਨਾਂ ਦੇ ਵੀ ਬੱਚਿਆਂ ਦਾ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਲਿਆਂਦਾ ਜਾਵੇ। ਜਦੋਂ ਰੋਜ਼ਾਨਾ ਖਬਰਾਂ ਮਿਲਦੀਆਂ ਸੀ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ, ਬੰਬਾਰੀ ਹੋ ਰਹੀ ਹੈ, ਅਟੈਕਸ ਹੋ ਰਹੀ ਹੈ, ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਮਿਲਦੀਆਂ ਸੀ ਕਿ ਲੜਕੇ ਨਾਲ ਮਿਸਬੀਹੇਵ ਹੋ ਰਿਹਾ, ਉਸ ਸਮੇਂ ਤੁਹਾਡੇ ਮਨ 'ਚ ਕਿੱਦਾਂ ਦਾ ਜੋ? ਮੈਂ ਨਾ ਜੀ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਜੀ, ਪਰ ਮੈਂ ਆਪਣੇ ਆਪ ਨੂੰ ਸਟਿਕਲੀ ਮਜ਼ਬੂਤ ਕੀਤਾ, ਸਟਰੋਂਗ ਕੀਤਾ। ਮੇਰੀ ਵਾਈਫ ਤਾਂ ਥੋੜ੍ਹੀ ਜਿਹੀ ਹੋ ਗਈ ਸੀ, ਪਰ ਮੈਂ ਆਪਣੇ ਆਪ ਨੂੰ ਰੱਖਿਆ ਕਿ ਮੇਰੇ ਨਾਲ ਪਹਿਲਾਂ ਵੀ ਇੱਦਾਂ ਦਾ ਇੱਕ ਹਾਦਸਾ ਹੋ ਗਿਆ ਮੇਰੇ ਬੇਟੇ ਦਾ, ਤਾਂ ਨਾ ਉਹ ਇਹਦੇ ਹਾਣ ਦਾ ਹੀ ਸੀਗਾ, ਇਕੱਠੇ 10ਵੀਂ 'ਚ ਪੜ੍ਹਦੇ ਸੀਗਾ, ਕਰੰਟ ਲੱਗ ਗਿਆ ਸੀਗਾ, 16 ਸਾਲ ਦਾ ਸੀਗਾ, ਉਹ ਇੱਕੋ ਸੀਗਾ ਜੀ। ਹੁਣ ਇੱਕੋ ਮੇਰੀ ਬੇਟੀ ਹੈ। ਅਤੇ ਫਿਰ ਮੈਂ ਵੀ ਆਪਣੇ ਪਰਮਾਤਮਾ ਨੂੰ ਯਾਦ ਕੀਤਾ ਵੀ ਚਲੋ ਕੋਈ ਗੱਲ ਨਹੀਂ, ਜਿੱਦਾਂ ਹੁਣ ਹੈ ਤਾਂ ਪਰਮਾਤਮਾ ਦੀਆਂ ਗੱਲਾਂ ਹੀ ਸਾਰੀਆਂ ਕਰਨੇ ਤੇ, ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਰੱਖਿਆ। ਪਰ ਹੁੰਦਾ ਸੀਗਾ ਜੀ TV ਦੇਖ ਕੇ ਤਾਂ ਇੱਕਦਮ ਤਾਂ ਹੁੰਦਾ ਤੇ ਵੀ ਚਲੋ ਯਾਰ ਕਿਆ ਹੋ ਗਿਆ, ਇੰਨਾ ਪੈਸਾ ਵੀ ਖਰਚਿਆ, ਹੁਣ 25-30 ਲੱਖ ਰੁਪਈਆ ਇਹਦੇ 'ਤੇ ਲਾ ਦਿੱਤਾ ਜੀ ਅਸੀਂ, ਅਤੇ ਵੀ ਹੁਣ ਕਿਆ ਹੋ ਸਕਦਾ ਜੀ। ਤੁਸੀਂ ਕੋਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ, ਕਿਸੇ ਨੂੰ ਟੱਚ ਕੀਤਾ, ਕੋਈ ਗਵਰਨਮੈਂਟ ਜਾਂ ਕਿਸੇ ਪੋਲੀਟੀਕਲ ਬੰਦੇ ਨੂੰ, ਬੱਚੇ ਨੂੰ ਵੀ ਕਿਸ ਤਰੀਕੇ ਨਾਲ ਬਾਹਰ ਕੱਢਿਆ ਜਾਵੇ, ਕੋਈ ਐਵੇਂ ਉਪਰਾਲਾ ਕੀਤਾ ਕੋਈ? ਮੈਂ ਉਪਰਾਲਾ ਕੀਤਾ ਸੀਗਾ, ਇੱਕ ਦੋ ਇਹ ਆਪਣੇ ਫੇਸਬੁੱਕ 'ਤੇ ਸੀਗੀ ਆਉਂਦੀ ਸੀਗੀ, ਭਗਵੰਤ ਮਾਨ ਦੀ ਆਉਂਦੀ ਸੀਗੀ, ਜਾਂ ਇੱਕ ਅਕਾਲੀ ਇੱਥੇ ਲੀਡਰ ਹੈਗਾ ਆਪਣੇ, ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਉਹਨਾਂ ਦਾ ਡਾਟਾ ਦਿਓ, ਅਸੀਂ ਕੁਛ ਕਰਦੇ ਹਾਂ। ਪਰ ਮੈਨੂੰ DC ਸਾਹਿਬ ਤੋਂ ਆਇਆ ਸੀਗਾ ਫੋਨ, ਇੱਕ ਸਾਡੇ ਪਿੰਡ ਨਾ ਅਲੌਸਮੈਂਟ ਹੋਈ ਸੀਗੀ ਵੀ ਜਿਹਦੇ ਬੱਚਾ ਵੀ ਯੂਕਰੇਨ 'ਚ ਹੈਗਾ, ਉਹ ਤੁਸੀਂ ਸਾਰਾ ਨਾ ਭੇਜੋ ਬਣਾ ਕੇ ਸਾਰਾ ਡਾਟਾ। ਉਹ ਫਿਰ ਪਟਵਾਰੀ ਨੂੰ ਦਿੱਤਾ ਸੀਗਾ, ਪਟਵਾਰੀ ਨੇ ਕਹਾ DC ਨੂੰ, ਫਿਰ DC ਸਾਹਿਬ ਦੇ ਮੈਨੂੰ ਦਫ਼ਤਰ ਤੋਂ 3-4 ਵਾਰੀ ਟੈਲੀਫੋਨ ਆਏ, ਅਤੇ SHO ਸਾਹਿਬ ਵੀ ਇੱਥੇ ਨੂਰਪੁਰ ਬੇਦੀ ਤੋਂ ਆਏ ਸੀਗੇ। ਪ੍ਰਸ਼ਾਸਨ ਵੱਲੋਂ ਆਊਟਪੁੱਟ ਮਿਲਦੀ ਰਹੀ ਕੋਈ? ਹਾਂ, ਪ੍ਰਸ਼ਾਸਨ ਮੈਨੂੰ SHO ਸਾਹਿਬ ਨੇ ਵੀ ਫੋਨ ਫਾਨ ਕਰਦੇ ਰਹੇ, ਅਤੇ DC ਸਾਹਿਬ ਤੋਂ ਵੀ ਦਫ਼ਤਰ ਤੋਂ ਫੋਨ ਆਉਂਦਾ ਰਿਹਾ ਜੀ। ਅਤੇ ਕੱਲ੍ਹ ਕਾਨੂੰਗੋ ਸਾਹਿਬ ਤਹਿਸੀਲਦਾਰ ਸਾਹਿਬ ਵੀ ਇੱਥੇ ਤੁਸੀਂ ਲੇਡੀ ਜਿਹੜੇ ਹੈਗੇ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ। ਅਮਰਜੀਤ ਕੌਰ ਦੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਬੱਚੀ ਘਰ ਆਈ ਹੈ, ਕਿੰਨੇ ਦਿਨ ਉੱਥੇ ਬੜੇ ਔਖੇ ਟਾਈਮ 'ਚ ਕੱਟੇ ਆ, ਕਿਵੇਂ ਦਾ ਹੁਣ ਲੱਗ ਰਿਹਾ ਜੀ? ਹੁਣ ਬਹੁਤ ਚੰਗਾ ਲੱਗ ਰਿਹਾ ਹੈ, ਸਭ ਕੁਝ ਠੀਕ ਹੈ, ਨੋਰਮਲ ਹੋ ਗਿਆ। ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪਿੱਛੇ ਬੱਚੇ ਆ ਉਹਨਾਂ ਦੀ ਵੀ ਥੋੜ੍ਹਾ ਜਿਹੀ ਸੁਣਾਈ ਕੀਤੀ ਜਾਵੇ, ਉਹ ਵੀ ਆਉਣ ਇੱਧਰ, ਉਹਨਾਂ ਸਾਰੇ ਮਾਂ ਪਿਓ ਦੇ ਠੰਡ ਪਵੇ, ਘਰ ਬਸਣ ਸਭ ਦੇ, ਸਭ ਘਰ ਆਪਣੇ ਆਪਣੇ ਆਉਣ ਖੁਸ਼ੀ ਖੁਸ਼ੀ। ਧੀ ਤੋਂ ਇੰਨੀ ਦੂਰ ਬੈਠੀ ਸੀ, ਤੇ ਕਿੱਦਾਂ ਉਸ ਸਮੇਂ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀ, ਕਿਆ ਲੱਗ ਰਿਹਾ ਸੀ, ਕੀ ਹੋ ਸਕਦਾ ਸੀ? ਕੁਝ ਵੀ ਹੋ ਸਕਦਾ ਸੀ ਉਸ ਟਾਈਮ 'ਤੇ, ਤਾਂ ਸਾਰੇ ਡਰੇ ਹੋਏ ਸੀਗੇ। ਇਹ ਲੱਗਦਾ ਸੀ ਹੁਣ ਵੀ ਕੀ ਹੋਣਾ। ਨਿਊਜ਼ ਦੇਖਦੇ ਰਹਿੰਦੇ ਸੀ, ਬੈਠੇ ਰਹਿੰਦੇ ਸੀ, ਦੇਖ ਜਾਂਦੇ, ਕੁਝ ਪਤਾ ਨਹੀਂ ਲੱਗ ਰਿਹਾ ਸੀ ਘਰ ਵਿੱਚ ਕੀ ਕਰਨਾ ਕੀ ਨਹੀਂ ਕਰਨਾ, ਇਸ ਤਰ੍ਹਾਂ ਦੇ ਹਾਲਾਤ ਹੋ ਰਹੇ ਸੀ। ਕਿਵੇਂ ਗੱਲ ਹੋਈ ਸੀ ਫੋਨ ਤੇ? ਫੋਨ ਤੇ ਗੱਲ ਠੀਕ ਕਰਦੇ ਸੀਗੇ, ਨੋਰਮਲ, ਸਾਨੂੰ ਵੀ ਕਹਿੰਦੇ ਸੀ ਵੀ ਠੀਕ ਹੈ, ਇੱਥੇ ਕੁਝ ਨਹੀਂ ਹੈਗਾ। ਪਰ ਜਦੋਂ ਨਿਊਜ਼ ਦੇਖਦੇ ਸੀ ਉਸ ਟਾਈਮ 'ਤੇ ਮਨ ਘਬਰਾਉਂਦਾ ਸੀ ਬਹੁਤ ਜ਼ਿਆਦਾ, ਉਸ ਟਾਈਮ 'ਤੇ ਜ਼ਿਆਦਾ ਸੀ। ਅਸੀਂ ਗੱਲਬਾਤ ਕੀਤੀ ਹੈ, ਤੁਸੀਂ ਦੇਖਿਆ ਕਿ ਜੱਟਪੁਰ ਪਿੰਡ ਵਿੱਚ ਬੈਠੇ ਆ, ਸਿਮਰਨ ਦੇ ਮਾਤਾ ਪਿਤਾ ਨਾਲ ਗੱਲ ਕੀਤੀ, ਉਸ ਦੇ ਨਾਲ ਗੱਲ ਕੀਤੀ ਹੈ, ਕਿਸ ਤਰ੍ਹਾਂ ਦੇ ਹਾਲਾਤ ਫੇਸ ਕਰਕੇ ਇਹ ਬੱਚੀ ਆਪਣੇ ਘਰ ਵਾਪਸ ਆਈ ਹੈ। ਸੋ ਅਸੀਂ ਵੀ ਇਸ ਲੜਕੀ ਵੱਲੋਂ ਵੀ ਇੰਡੀਅਨ ਗਵਰਨਮੈਂਟ ਨੂੰ ਰਿਕੁਐਸਟ ਕੀਤੀ ਕਿ ਜਿਹੜੇ ਖਾਸ ਤੌਰ 'ਤੇ 2 ਪੁਆਇੰਟ ਇਹਨਾਂ ਵੱਲੋਂ ਦੱਸੇ ਗਏ, ਉੱਥੇ ਬੜੇ ਕ੍ਰਿਟੀਕਲ ਹਾਲਾਤ ਨੇ, ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਬੱਚੇ ਫਸੇ ਉਹਨੂੰ ਤੁਰੰਤ ਬਾਹਰ ਕੱਢੇ ਜਾਵੇ। ਤੇ ਅਸੀਂ ਵੀ ਆਪਣੇ ਨਿਊਜ਼ ਚੈਨਲ ਦੇ ਰਾਹੀਂ ਰਿਕੁਐਸਟ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਜਲਦ ਤੋਂ ਜਲਦ ਇਸ ਪ੍ਰਤੀ ਇੱਕ ਉਚੇਚੇ ਕਦਮ ਚੁੱਕਦਿਆਂ ਹੋਇਆਂ ਉਹਨਾਂ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ, ਤਾਂ ਜੋ ਉਹਨਾਂ ਦੇ ਮਾਪਿਆਂ ਨੂੰ ਰਾਹਤ ਮਹਿਸੂਸ ਹੋ ਸਕੇ। ਕੈਮਰਾਮੈਨ ਮਨੋਜ ਦੇ ਨਾਲ ਮੇਰਾ ਪੰਜਾਬ ਨਿਊਜ਼ ਤੋਂ ਦਿਨੇਸ਼ ਐਲਨ, ਨੂਰਪੁਰ।